बिस्मिल्लाहिर्रहमानिर्रहीम अस्सलाम वालेकुम। की हाल है तुहाडा? सब ठीक ठाक हो? अज आप बनावांगे बड़ी ही मज़ेदार ते बड़ी ही टेस्टी जी करेले ते चने दी दाल दी बड़ी कमाल दी रेसिपी। इस तरह करेले ते दाल नूं जे तुसीं पकांदे हो तो एक तो तुहाडी रेसिपी बहुत ज़्यादा मज़े दी बनेगी, तो दूसरा तुहानूं इहदा खाण दा बड़ा ही स्वाद आएगा। तो बस फिर बिना टाइम ज़ाया कीते आप अपनी इस वधिया जी रेसिपी नूं बना लैंदे आ। ते इहनूं बनाउण वास्ते सब तो पहले ते असीं इत्थे ले लई है चने दी दाल। ते जिहड़ी दाल है ना तकरीबन इत्थे मैं 2 कप ना भें दित्ती सी पहले ही। ਤੇ ਜਿਵੇਂ ਹੀ ਤੁਸੀਂ ਦਾਲ ਭਿਓਂਗੇ ਨਾ ਤੇ ਫਿਰ ਤੁਹਾਡਾ ਪਕਾਉਣ ਦਾ ਜਿਹੜਾ ਟਾਈਮ ਹੈ ਨਾ ਬਹੁਤ ਜ਼ਿਆਦਾ ਘੱਟ ਜਾਏਗਾ। ਇੱਥੇ ਤੁਸੀਂ ਦੇਖ ਸਕਦੇ ਹੋ ਦਾਲ ਨੂੰ ਮੈਂ ਤਕਰੀਬਨ 3 ਤੋਂ 4 ਘੰਟੇ ਪਹਿਲੇ ਭਿਗੋਤਾ ਸੀ ਤੇ ਆ ਦੇਖ ਸਕਦੇ ਹੋ ਦਾਣਾ ਇਹਦਾ ਕਿੱਡਾ ਸੋਹਣਾ ਕਾਫੀ ਹੱਦ ਤੱਕ ਗਲ ਗਿਆ। ਤੇ ਹੁਣ ਇਹਨੂੰ ਪੱਕਣ ਵਾਸਤੇ ਬਹੁਤਾ ਟਾਈਮ ਨਹੀਂ, 15 ਤੋਂ 20 ਮਿੰਟ ਹੀ ਬਾ ਮੁਸ਼ਕਿਲ ਲੱਗਣਗੇ। ਤੇ ਜੇ ਤੁਸੀਂ ਚਾਹੋ ਤਾਂ ਇਹਨੂੰ ਕੁੱਕਰ ਵਿੱਚ ਵੀ ਪਕਾ ਸਕਦੇ ਹੋ ਜਾਂ ਤੁਸੀਂ ਐਵੇਂ ਆਮ ਜਿਹੜੀ ਕੜਾਈ ਹੁੰਦੀ ਹੈ ਨਾ ਉਹ 'ਚ ਵੀ ਪਕਾ ਸਕਦੇ ਹੋ। ਤੇ ਅਸੀਂ ਇੱਥੇ ਲੈ ਲਿਆ ਕੜਾਈ ਵਿੱਚ ਪਾਣੀ ਤੇ ਪਾਣੀ ਲੈ ਕੇ ਜਿਵੇਂ ਤੁਸੀਂ ਦੇਖੋ ਪਾਣੀ 'ਚ ਉਬਾਲਾ ਆ ਗਿਆ ਤੇ ਆਪਾਂ ਜਿਹੜੀ ਦਾਲ ਰੱਖੀ ਸੀ ਨਾ ਭੇ ਕੇ ਸਾਰੀ ਇੰਚ ਪਾ ਦੇਵਾਂਗੇ। ਪਾਉਣ ਤੋਂ ਬਾਅਦ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਦੇਵਾਂਗੇ, ਹਿਲਾ ਕੇ ਢੱਕਣ ਦੇ ਦੇਵਾਂਗੇ ਤੇ ਇਹਨੂੰ ਪੱਕਣ ਵਾਸਤੇ ਆਪਾਂ ਛੱਡ ਦੇਵਾਂਗੇ। ਤੇ ਤਕਰੀਬਨ 2 ਤੋਂ 3 ਮਿੰਟ ਬਾਅਦ ਆ ਦੇਖ ਸਕਦੇ ਹੋ ਮਾਸ਼ਾਅੱਲਾ ਦਾਲ ਸਾਡੀ ਬੜੀ ਸੋਹਣੀ ਪੱਕਣੀ ਸ਼ੁਰੂ ਹੋ ਗਈ ਆ। ਤੇ ਹੁਣ ਆਪਾਂ ਇਹਦੀ ਫਲੇਮ ਜਿਹੜੀ ਆ ਬਿਲਕੁਲ ਹਲਕੀ ਜੀ ਕਰ ਦੇਣੀ ਆ, ਹਲਕੀ ਜੀ ਕਰਕੇ ਉੱਤੇ ਢੱਕਣ ਲਾ ਕੇ ਤੁਸੀਂ ਇਹਨੂੰ ਰੱਖ ਦੇਣਾ ਦਾਲ ਨੂੰ ਪੱਕਣ ਲਈ ਜਦ ਤੱਕ ਕਿ ਗਲ ਨਹੀਂ ਜਾਂਦੀ। ਘੱਟ ਤੋਂ ਘੱਟ ਵੀ ਇਹਦੇ ਉੱਤੇ ਵਿੱਚ ਜਿਹੜਾ ਤੁਹਾਨੂੰ ਟਾਈਮ ਲੱਗੇਗਾ ਨਾ 15 ਮਿੰਟ ਲੱਗ ਜਾਵੇਗਾ, ਠੀਕ ਹੈ। ਜੇ ਕੁੱਕਰ ਵਿੱਚ ਰੱਖਣੀ ਹੈ ਤਾਂ 10 ਮਿੰਟ ਵਾਸਤੇ ਰੱਖ ਲਿਆ ਜੇ। ਬਸ ਇੱਥੇ ਦਾਲ ਸਾਡੀ ਜਿਵੇਂ ਹੀ ਪੱਕਦੀ ਤਾਂ ਉਨੀ ਦੇਰ ਤੱਕ ਆਪਾਂ ਤੜਕਾ ਬਣਾ ਲੈਂਦੇ ਹਾਂ। ਤੇ ਇੱਥੇ ਅਸੀਂ ਲੈ ਲਿਆ ਤੇ ਕੜਾਹੀ ਵਿੱਚ ਸਰੋਂ ਦਾ ਤੇਲ ਤੇ ਉਹਦੇ ਤੋਂ ਬਾਅਦ ਅਸੀਂ ਕਰੇਲੇ ਲੈ ਲਏ। ਤੇ ਕਰੇਲੇ ਜਿਹੜੇ ਮੈਂ ਲਏ ਇੱਥੇ 1 ਕਿਲੋ, ਉਹਨਾਂ ਨੂੰ ਅਸੀਂ ਐਵੇਂ ਸੋਹਣਾ ਬੜਾ ਕੱਟ ਲਿਆ ਸੀ। ਕੱਟਣ ਤੋਂ ਬਾਅਦ ਥੋੜ੍ਹੇ ਥੋੜ੍ਹੇ ਮੋਟੇ ਮੈਂ ਕੱਟੇ ਸੀ। ਤੇ ਹੁਣ ਆਪਾਂ ਇਹਨਾਂ ਨੂੰ ਇਸ ਘਿਓ ਦੇ ਵਿੱਚ ਚੰਗੀ ਤਰ੍ਹਾਂ ਨਾ ਕਰੇਲਿਆਂ ਨੂੰ ਫਰਾਈ ਕਰ ਲੈਣਾ। ਪਹਿਲੋਂ ਤੇ ਥੋੜਾ ਜਿਹਾ ਹਾਈ ਫਲੇਮ ਦੇ ਉੱਤੇ ਕਰੇਲਿਆਂ ਨੂੰ ਫਰਾਈ ਕਰ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਜਲਦੀ ਜਿਹੜੇ ਨੇ ਕਰੇਲੇ ਫਰਾਈ ਹੋ ਜਾਣ, ਕਿਉਂਕਿ ਅੱਗੇ ਵੀ ਆਪਾਂ ਇਹਦੇ ਵਿੱਚ ਸਬਜ਼ੀਆਂ ਜਿਵੇਂ ਜਿਵੇਂ ਪਾਵਾਂਗੇ ਨਾ ਤੇ ਫਿਰ ਸਾਰੀਆਂ ਸ਼ੈਵਾਂ ਬੜੀਆਂ ਸੋਹਣੀਆਂ ਪੱਕਦੀਆਂ ਜਾਣਗੀਆਂ। ਤੇ ਬਸ 1 ਤੋਂ 2 ਮਿੰਟ ਦੇ ਬਾਅਦ ਤੁਸੀਂ ਦੇਖੋਗੇ ਜਿਹੜੇ ਕਰੇਲੇ ਨੇ ਨਾ ਉਹ ਕਾਫੀ ਹੱਦ ਤੱਕ ਸਾਡੇ ਇੱਥੇ ਫਰਾਈ ਹੋ ਗਏ ਨੇ। ਕਾਫੀ ਹੱਦ ਤੱਕ ਕਰੇਲਿਆਂ ਦਾ ਕਲਰ ਤੇ ਬਦਲ ਗਿਆ, ਪਰ ਅਸੀਂ ਕਰੇਲਿਆਂ ਦੀ ਨਾ ਕੜਵਾਹਟ ਜਿਹੜੀ ਹੈ ਨਾ ਉਹ ਨਹੀਂ ਸੀ ਕੱਢੀ, ਕਿਉਂਕਿ ਕਈ ਲੋਕਾਂ ਨੂੰ ਕੜਵਾਹਟ ਜਿਹੜੀ ਹੁੰਦੀ ਹੈ ਉਹ ਖਾਣੀ ਪਸੰਦ ਹੁੰਦੀ ਹੈ, ਕਈਆਂ ਨੂੰ ਨਹੀਂ ਪਸੰਦ ਹੁੰਦੀ। ਜੇ ਤੁਹਾਨੂੰ ਨਹੀਂ ਪਸੰਦ ਹੋਏ ਨਾ ਤਾਂ ਫਿਰ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਲ ਕੇ ਧੋ ਲਿਆ ਜੇ। ਤੇ ਮੈਂ ਇਹਦੇ ਤੋਂ ਪਹਿਲੇ ਵੀ 2-3 ਵੀਡੀਓ ਦਿੱਤੀਆਂ ਨੇ ਤੇ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਕਿ ਉਹਦੇ ਵਿੱਚ ਮੈਂ ਦੱਸਿਆ ਕਿ ਤੁਸੀਂ ਜਿਹੜੇ ਕਰੇਲੇ ਨੇ ਨਾ ਉਹਨਾਂ ਦੀ ਕੜਵਾਹਟ ਤੁਸੀਂ ਕਿਵੇਂ ਖਤਮ ਕਰ ਸਕਦੇ ਹੋ। ਤੇ ਇੱਥੇ ਆਪਾਂ ਇਹਨਾਂ ਨੂੰ ਇੰਨਾ ਕੁ ਭੁੰਨ ਲਵਾਂਗੇ ਨਾ ਕਿ ਚੰਗੀ ਤਰ੍ਹਾਂ ਜਿਹੜੇ ਕਰੇਲੇ ਆ ਨਾ ਉਹਦੀ ਕੜਵਾਹਟ ਖੁਦ ਹੀ ਖਤਮ ਹੋ ਜਾਏਗੀ। ਤੁਹਾਨੂੰ ਇਹਨਾਂ ਨੂੰ ਇੰਨਾ ਲੰਮਾ ਕੰਮ ਨਹੀਂ ਕਰਨਾ ਪਏਗਾ। ਹੁਣ ਕਰੇਲੇ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਕਲਰ ਹਲਕਾ ਲਾਈਟ ਬਰਾਊਨ ਹੋ ਗਿਆ। ਤੇ ਬਸ ਇਹਨਾਂ ਤੋਂ ਜ਼ਿਆਦਾ ਆਪਾਂ ਇਹਦੀ ਭੁਨਾਈ ਨਹੀਂ ਕਰਾਂਗੇ, ਬਸ ਬੜੀ ਸੋਹਣੇ ਹੋ ਗਏ ਨੇ। ਹੁਣ ਆਪਾਂ ਇਹਨਾਂ ਨੂੰ ਕੱਢਣਾ ਨਹੀਂ ਹੈ, ਠੀਕ ਹੈ। ਇਹਨਾਂ ਨੂੰ ਬਗੈਰ ਕੱਢੇ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼। ਤੇ ਪਿਆਜ਼ ਜਿਹੜੇ ਨਾ ਮੈਂ ਤਕਰੀਬਨ 3 ਅਦਦ ਲਏ ਸੀ ਮੀਡੀਅਮ ਸਾਈਜ਼ ਦੇ, ਉਹ ਮੈਂ ਸਾਰੇ ਤਕਰੀਬਨ ਇਹਦੇ ਵਿੱਚ ਪਾਤੇ। ਪਿਆਜ਼ ਮੈਂ ਥੋੜੀ ਮਿਕਦਾਰ ਜ਼ਿਆਦਾ ਪਾਣੀ ਹੈ, ਜੇ ਤੁਸੀਂ ਘੱਟ ਪਾਣੇ ਹੋਣ ਤਾਂ ਤੁਸੀਂ ਘੱਟ ਵੀ ਪਾ ਸਕਦੇ ਹੋ। ਅੱਛਾ, ਪਿਆਜ਼ ਪਾਉਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ, ਪਿਆਜ਼ ਤੇ ਕਰੇਲੇ ਦੋਨਾਂ ਨੂੰ। ਜਦੋਂ ਤੁਸੀਂ ਦੇਖੋ ਕਿ ਤੁਹਾਡੇ ਕਰੇਲੇ ਵੀ ਤੇ ਪਿਆਜ਼ ਵੀ ਸਭ ਚੀਜ਼ਾਂ ਅੱਛੀਆਂ ਫਰਾਈ ਹੋ ਗਈਆਂ ਨੇ ਤੇ ਪਿਆਜ਼ ਦਾ ਵੀ ਹਲਕਾ ਹਲਕਾ ਜਿਹਾ ਲਾਈਟ ਬਰਾਊਨ ਜਿਹਾ ਕਲਰ ਹੋ ਗਿਆ ਨਾ, ਤੇ ਫਿਰ ਆਪਾਂ ਇਹਦੇ ਵਿੱਚ ਬਾਕੀ ਚੀਜ਼ਾਂ ਪਾਵਾਂਗੇ। ਤੇ ਮਾਸ਼ਾਅੱਲਾ ਇੱਥੇ ਬੜੇ ਸੋਹਣੇ ਸਾਡੇ ਕਰੇਲੇ ਪਿਆਜ਼ ਦੋਨੋਂ ਫਰਾਈ ਹੋ ਗਏ ਆ। ਇਹਦੇ ਵਿੱਚ ਪਾਤਾ ਅੱਧਾ ਚਮਚਾ ਲਸਣ ਦਾ, ਤਕਰੀਬਨ 1 ਚਮਚਾ ਅਦਰਕ ਦਾ ਪਾਤਾ। ਇਹਨਾਂ ਦੋਨਾਂ ਚੀਜ਼ਾਂ ਨੂੰ ਪਾ ਕੇ ਫਿਰ ਆਪਾਂ ਕੁਛ ਦੇਰ ਵਾਸਤੇ ਇਹਨਾਂ ਨੂੰ ਭੁੰਨ ਲਾਂਗੇ ਜਦ ਤੱਕ ਇਹਦੇ ਵਿੱਚ ਅਦਰਕ ਲਸਣ ਦੀ ਬੜੀ ਸੋਹਣੀ ਜਿਹੀ ਖੁਸ਼ਬੂ ਨਹੀਂ ਹੁੰਦੀ। ਤੇ ਜਿਵੇਂ ਤੁਸੀਂ ਦੇਖੋ ਤੁਸੀਂ ਅਦਰਕ ਲਸਣ ਵੀ ਭੁੰਨ ਲਿਆ ਨਾ, ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਉਹਦੇ ਨਾਲ ਹੀ ਆਪਾਂ ਪਾ ਦੇਵਾਂਗੇ ਇਹਦੇ ਵਿੱਚ ਟਮਾਟਰ। ਤੇ ਜੇ ਤੁਹਾਨੂੰ ਸਾਬਤ ਵੀ ਹਰੀਆਂ ਮਿਰਚਾਂ ਖਾਣਾ ਪਸੰਦ ਹੋਏ ਨਾ ਤਾਂ ਤੁਸੀਂ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਸਾਬਤ ਵੀ ਪਾ ਲਿਆ ਜੇ। ਹਰੀਆਂ ਮਿਰਚਾਂ ਪਾਉਣ ਤੋਂ ਬਾਅਦ ਨਾ ਮੈਂ ਇਹਦੇ ਵਿੱਚ ਪਾਤੇ ਟਮਾਟਰ, 4 ਤੋਂ 5 ਟਮਾਟਰ ਸੀ, ਠੀਕ ਹੈ। ਐਵੇਂ ਮੋਟੇ ਮੋਟੇ ਕੱਟ ਕੇ ਅਸੀਂ ਇਹਦੇ ਵਿੱਚ ਪਾਤੇ। ਹੁਣ ਪਾਉਣ ਤੋਂ ਬਾਅਦ ਆਪਾਂ ਇਹਨਾਂ ਸਭ ਚੀਜ਼ਾਂ ਨੂੰ ਪਹਿਲੇ ਰਲਾ ਲੈਣਾ। ਜਦੋਂ ਤੁਸੀਂ ਦੇਖੋ ਤੁਸੀਂ ਸਭ ਚੀਜ਼ਾਂ ਨੂੰ ਬੜਾ ਸੋਹਣਾ ਰਲਾ ਲਿਆ। ਤੇ ਹਲੇ ਇੱਥੇ ਆਪਾਂ ਇਹਦੀ ਭੁਨਾਈ ਨਹੀਂ ਕਰਨੀ। ਹੁਣ ਆਪਾਂ ਇਹਦੇ ਨਾਲ ਹੀ ਇਹਦੇ ਵਿੱਚ ਪਾ ਦੇਵਾਂਗੇ ਮਸਾਲੇ ਤੇ 1 ਚਮਚਾ ਆਪਾਂ ਨਮਕ ਦਾ ਵਿੱਚ ਪਾ ਦੇਵਾਂਗੇ, ਕਿਉਂਕਿ ਸਬਜ਼ੀ ਜਿਹੜੀ ਨਾ ਤਕਰੀਬਨ 1 ਕਿਲੋ ਹੈ। ਫਿਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਹਲਦੀ, ਅੱਧਾ ਚਮਚਾ ਹਲਦੀ ਪਾ ਦੇਵਾਂਗੇ, ਤਕਰੀਬਨ 1 ਚਮਚਾ ਹੀ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਲਾਲ ਮਿਰਚ। ਇਹਨਾਂ ਸਭ ਬੇਸਿਕ ਮਸਾਲਿਆਂ ਨੂੰ ਪਾ ਕੇ ਨਾ ਹੁਣ ਆਪਾਂ ਫਿਰ ਚੰਗੀ ਤਰ੍ਹਾਂ ਭੁੰਨ ਲਵਾਂਗੇ। ਅੱਛਾ, ਇਸ ਰੈਸਿਪੀ ਦੇ ਵਿੱਚ ਅੱਜ ਮੈਂ ਕੋਈ ਮਸਾਲਾ ਨਹੀਂ ਪਾਉਣ ਡਈ, ਜੇ ਤੁਸੀਂ ਪਾਉਣਾ ਹੋਏ ਤਾਂ ਤੁਸੀਂ ਪਾ ਲਿਆ ਜੇ, ਪਰ ਮੈਂ ਇਹ 'ਚ ਕੋਈ ਵੀ ਨਹੀਂ ਪਾਉਣ ਡਈ, ਕਿਉਂਕਿ ਬਗੈਰ ਮਸਾਲਿਆਂ ਤੋਂ ਜਿਹੜਾ ਸਾਲਨ ਹੈ ਬਹੁਤ ਜ਼ਿਆਦਾ ਅੱਛਾ ਬਣਦਾ ਤੇ ਉਹਦਾ ਤੁਹਾਨੂੰ ਜ਼ਾਇਕਾ ਵੀ ਬੜਾ ਪਸੰਦ ਆਏਗਾ। ਹੁਣ ਐਸੇ ਟਮਾਟਰਾਂ ਦੇ ਪਾਣੀ ਦੇ ਵਿੱਚ ਆਪਾਂ ਨਾ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਬੜਾ ਸੋਹਣਾ ਫਰਾਈ ਕਰ ਲੈਣਾ, ਭੁੰਨ ਲੈਣਾ। ਜੇ ਤੁਹਾਨੂੰ ਲੱਗੇ ਪਾਣੀ ਦਾ ਛਿੱਟਾ ਲਾਉਣ ਦੀ ਲੋੜ ਹੈ ਤਾਂ ਹਲਕਾ ਜਿਹਾ ਲਾ ਲਿਆ ਜੀ। ਇੱਥੇ ਜਿਹੜੀ ਦਾਲ ਰੱਖੀ ਸੀ ਅਸੀਂ ਪੱਕਣ ਵਾਸਤੇ ਉਹ ਵੀ ਮਾਸ਼ਾਅੱਲਾ ਦੇਖ ਸਕਦੇ ਹੋ ਬਿਲਕੁਲ ਹਲਕੀ ਫਲੇਮ 'ਤੇ ਰੱਖੀ ਸੀ ਤੇ ਉਹ ਵੀ ਪੱਕ ਗਈ ਹੈ। ਆ ਮੈਂ ਤੁਹਾਨੂੰ ਥੋੜਾ ਨੇੜੇ ਕਰਕੇ ਵਿਖਾਵਾਂਗੀ। ਆ ਦੇਖੋ ਕਿੱਡੀ ਸੋਹਣੀ ਦਾਲ ਦੇ ਤਮਾਮ ਦਾਣੇ ਜਿਹੜੇ ਨਾ ਚੰਗੀ ਤਰ੍ਹਾਂ ਗਲ ਗਏ ਨੇ। ਤੇ ਇੱਕ ਤੁਸੀਂ ਇਹਦੇ ਵਿੱਚ ਚੈੱਕ ਕਰ ਲਿਆ ਜੇ ਆਪਣੀ ਤਸੱਲੀ ਲਈ ਕਿ ਦਾਲ ਗਲੀ ਹੈ ਕਿ ਨਹੀਂ। ਆ ਦੇਖੋ ਕਿਵੇਂ ਜ਼ਬਰਦਸਤ ਜੀ ਮੈਸ਼ ਹੋਣ ਡਈ ਹੈ। ਬਸ ਹੁਣ ਆਪਾਂ ਇਹਨੂੰ ਛਾਣ ਲਵਾਂਗੇ, ਪਾਣੀ ਇਹਦਾ ਅਲੱਗ ਕਰ ਲਵਾਂਗੇ, ਦਾਲ ਇਹਦੀ ਅਲੱਗ ਕਰ ਲਾਂਗੇ। ਪਾਣੀ ਦੀ ਬਾਅਦ 'ਚ ਆਪਾਂ ਨੂੰ ਜ਼ਰੂਰਤ ਹੋਏਗੀ ਨਾ ਫਿਰ ਉਸ ਹਿਸਾਬ ਨਾਲ ਉਹਨਾਂ ਕੋ ਆਪਾਂ ਪਾ ਲਵਾਂਗੇ। ਤੇ ਦਾਲ ਸਾਰੀ ਛਾਣ ਕੇ ਨਾ ਮੈਂ ਪਾ ਦਿੱਤੀ ਹੁਣ ਕਰੇਲਿਆਂ ਵਿੱਚ।
ਤੇ ਹੁਣ ਕਰੇਲੇ ਤੇ ਦਾਲ ਦੀ ਆਪਾਂ ਚੰਗੀ ਤਰ੍ਹਾਂ ਭੁਨਾਈ ਕਰ ਲਵਾਂਗੇ। ਜਿੰਨੀ ਦੇਰ ਤੱਕ ਜਿਹੜੀ ਦਾਲ ਹੈ ਨਾ ਉਹਦਾ ਕੱਚਾਪਨ ਇਹਦੇ ਵਿੱਚੋਂ ਖਤਮ ਨਹੀਂ ਹੋ ਜਾਂਦਾ ਤੇ ਬੜੀ ਸੋਹਣੀ ਸਾਰੀ ਹਾਂਡੀ ਦੀ ਜਿਹੜੀ ਭੁਨਾਈ ਨਾ ਹੋ ਨਹੀਂ ਹੋ ਜਾਂਦੀ। ਘੱਟ ਤੋਂ ਘੱਟ ਵੀ ਤੁਸੀਂ ਇਸ ਟਾਈਮ ਜਿਹੜਾ ਨਾ ਦਾਲ ਦੇ ਨਾਲ ਇਹਨੂੰ ਨਾ ਤਕਰੀਬਨ 4 ਤੋਂ 5 ਮਿੰਟ ਤੇ ਹਾਈ ਫਲੇਮ ਦੇ ਉੱਤੇ ਜ਼ਰੂਰ ਭੁੰਨਿਆ ਜੇ। ਇਹਦੇ ਨਾਲ ਤੁਹਾਡੀ ਦਾਲ ਬਹੁਤ ਜ਼ਿਆਦਾ ਮਜ਼ੇਦਾਰ ਟੇਸਟੀ ਬਣੇਗੀ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਕਿੱਡੀ ਸੋਹਣੀ ਦਾਲ ਦਾ ਵੀ ਰੰਗ ਹੋ ਗਿਆ। ਸਬਜ਼ੀ ਵੀ ਸਾਡੀ ਬੜੀ ਸੋਹਣੀ ਪੱਕ ਕੇ ਤਿਆਰ ਹੋ ਗਈ ਹੈ। ਨਾ ਤੁਹਾਨੂੰ ਇਹ 'ਚੋਂ ਕਰੇਲੇ ਕੱਢਣੇ ਪਏ, ਨਾ ਅਲੱਗ ਮਸਾਲਾ ਬਣਾਉਣਾ ਪਿਆ, ਬਲਕਿ ਬੜੇ ਹੀ ਸ਼ਾਰਟਕਟ ਤਰੀਕੇ ਨਾਲ ਤੁਸੀਂ ਬੜੀ ਸੋਹਣੀ ਜਿਹੀ ਰੈਸਪੀ ਜਿਹੜੀ ਨਾ ਝਟ 'ਚ ਬਣਾ ਸਕਦੇ ਹੋ। ਤੇ ਬਹੁਤ ਜ਼ਿਆਦਾ ਮਜ਼ੇਦਾਰ ਦਾਲ ਤੇ ਕਰੇਲੇ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ। ਤੁਸੀਂ ਜ਼ਰੂਰ ਬਣਾਇਆ ਜੇ। ਬਸ ਸਬਜ਼ੀ ਸਾਡੀ ਇੱਥੇ ਤਿਆਰ ਹੋ ਗਈ। ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਥੋੜ੍ਹਾ ਜਿਹਾ ਹਰਾ ਧਨੀਆ ਪਾ ਕੇ ਆਪਾਂ ਇਹਨੂੰ 5 ਮਿੰਟ ਵਾਸਤੇ ਫਿਰ ਹਲਕੀ ਜਿਹੀ ਦਮ ਵਾਲੀ ਫਲੇਮ ਦੇ ਉੱਤੇ ਰੱਖ ਦੇਵਾਂਗੇ। ਤੇ ਮਾਸ਼ਾਅੱਲਾ 5 ਮਿੰਟ ਤੋਂ ਬਾਅਦ ਬਹੁਤ ਜ਼ਿਆਦਾ ਸੋਹਣੀ ਜੀ ਸਾਡੀ ਜਿਹੜੀ ਦਾਲ ਬਣ ਕੇ ਤਿਆਰ ਹੋ ਗਈ ਹੈ। ਤੇ ਆਪਾਂ ਹੁਣ ਇਹਨੂੰ ਨਾ ਇੱਕ ਵਾਰੀ ਰਲਾ ਲਵਾਂਗੇ। ਆ ਦੇਖੋ ਮਾਸ਼ਾਅੱਲਾ ਕਿੱਡੀ ਸੋਹਣੀ ਬਣ ਗਈ। ਹੁਣ ਆਪਾਂ ਇਹਨੂੰ ਰਲਾ ਲਵਾਂਗੇ। ਰਲਾ ਕੇ ਆਪਾਂ ਇਹਨੂੰ ਕਿਸੇ ਵੀ ਪਲੇਟ ਵਿੱਚ ਕੱਢ ਲਵਾਂਗੇ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਬਹੁਤ ਜ਼ਿਆਦਾ ਮਜ਼ੇਦਾਰ ਤੇ ਬੜੀ ਟੇਸਟੀ ਜੀ ਸਾਡੀ ਦਾਲ ਤੇ ਕਰੇਲੇ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ, ਜਿਹੜੀ ਕਿ ਬੜੀ ਹੀ ਸਵਾਦੀ ਬਣੀ ਆ। ਤੇ ਇਹਦੇ ਵਿੱਚ ਆਪਾਂ ਕੋਈ ਮਸਾਲਾ ਨਹੀਂ ਪਾਇਆ, ਪਰ ਦਾਲ ਫੇਰ ਵੀ ਬੜੀ ਹੀ ਲਾਜਵਾਬ ਬਣੀ ਹੈ। ਤਾਂ ਜ਼ਰੂਰ ਬਣਾਇਆ ਜੇ ਤੇ ਬਣਾ ਕੇ ਸਾਨੂੰ ਜ਼ਰੂਰ ਕਮੈਂਟ ਦੱਸਿਆ ਤੁਹਾਨੂੰ ਅੱਜ ਦੀ ਸਾਡੀ ਰੈਸਪੀ ਕਿਵੇਂ ਦੀ ਲੱਗੀ। ਬਾਕੀ ਦੁਆਵਾਂ ਯਾਦ ਰੱਖਿਆ ਜੇ। ਅੱਲਾ ਹਾਫਿਜ਼।